ਪਿਛਲੀ ਵਾਰ ਥੋੜਾ ਦਿੱਕਤ ਵੀ ਸੀਗੀ ਮੇਰੀ ਵਾਈਫ ਨੂੰ ਕਾਫੀ ਜ਼ਿਆਦੀ, ਕਿਉਂਕਿ ਉਹਦੇ ਕੋਲ ਵੀਲ ਚੇਅਰ ਵੀ ਨਹੀਂ ਸੀ ਪਿਛਲੀ ਵਾਰ। ਤੇ ਹੁਣ ਮਤਲਬ ਕਿ ਉਹਨੂੰ ਨਵੀਂ ਵੀਲ ਚੇਅਰ ਵੀ ਮਿਲੀ ਹੈ। ਉਹਨੇ ਖਰਾਬ ਵੀਲ ਚੇਅਰ ਤੇ ਵੀ ਸਿਲਵਰ ਮੈਡਲ ਜਿੱਤੇ ਸੀਗੇ, ਤੇ ਮੈਂ ਉਮੀਦ ਕਰਦਾ ਵਾਂ ਤੇ ਇਸ ਵਾਰ ਮੇਰੀ ਵਾਈਫ ਜ਼ਰੂਰ 골ਡ ਮੈਡਲ ਜਿੱਤੂਗੀ ਤੇ ਉਹਦੇ ਨਾਲ ਮੈਂ ਵੀ ਇਸ ਵਾਰ ਮੈਡਲ ਲੈ ਕੇ ਆਊਂਗਾ। ਹਾਂਜੀ ਸਰ, ਮੈਂ ਅਸ਼ਵਨੀ ਕੁਮਾਰ ਇੰਟਰਨੈਸ਼ਨਲ ਪੈਰਾ ਬੈਡਮਿੰਟਨ ਪਲੇਅਰ, ਤੇ ਅਸੀਂ 2 ਜੁਲਾਈ ਨੂੰ ਯੁਗਾਂਡਾ ਦੇ ਲਈ ਖੇਡਣ ਜਾ ਰਹੇ ਹਾਂ। ਕਿ ਜਿਹੜੇ ਮਤਲਬ ਕਿ ਇਹ ਟੂਰਨਾਮੈਂਟ ਹੋ ਰਹੇ ਪਏ ਨੇ, ਇਹ ਪੈਰਾਲੰਪਿਕ ਦੀ ਦੇਸ਼ ਦੇ ਲਈ ਹੋ ਰਹੇ ਨੇ, ਜਿਹੜੇ ਮਤਲਬ ਕਿ ਪੈਰਿਸ ਦੇ ਵਿੱਚ ਹੋਣੇ 2024 ਦੇ ਵਿੱਚ। और जो व्हील चेयर मुझे मिली है, ये कम से कम मैं इसके प्रयास में कम से कम मैं 3-4 साल से लगी हूँ। मुझे व्हील चेयर नहीं मिल पा रही थी, उसके बावजूद भी मैं फिर मेडल लेकर आई, मेहनत की मैंने, मेडल लेकर आई। और अब ये मेरे पास व्हील चेयर आ गई तो शायद मैं ज़रूर अपने देश के लिए गोल्ड मेडल लेके आऊँगी। ਮੈਨੂੰ ਇਹਨਾਂ ਦੇ ਉੱਪਰ ਵਿਸ਼ਵਾਸ ਹੈ ਜੀ, ਦੋਨੇ ਬੱਚਿਆਂ ਦੇ ਵਿਸ਼ਵਾਸ ਹੈਗਾ ਮੈਂ ਵੀ ਉਹ ਜੋ ਕਹਿ ਰਹੇ ਨੇ ਉਹ ਕਰਕੇ ਦਿਖਾਣਗੇ, है ना। गवर्नमेंट से हमें कोई हेल्प नहीं मिल पा रही। हमने कितनी बार भी मतलब मुख्यमंत्री जी को भी हमने एप्लीकेशन वगैरह दी है और डीसी को भी दी है हमने एप्लीकेशन, मगर हमें गवर्नमेंट से कोई हेल्प नहीं मिल रही। ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਇਸ ਗੱਲ ਦਾ ਕੋਈ ਇਲਮ ਹੀ ਹੈ ਨਹੀਂ ਕਿ ਉਹਨਾਂ ਦੇ ਲੁਧਿਆਣੇ ਦੇ ਵਿੱਚ ਜਿਹੜੇ ਹੈਗੇ ਆ ਵੀ 2 ਬੱਚੇ ਜਿਹੜੇ ਅੰਤਰਰਾਸ਼ਟਰੀ ਲੈਵਲ ਉੱਪਰ ਸਵਰਨ ਪਦਕ ਲੈ ਕੇ ਆਏ ਹੈ। हमें समझ नहीं आ रहा कि पैरालंपिक वालों को या पैरा वालों को क्यों इग्नोर मारा जा रहा है, वो रीज़न हमें आज तक समझ नहीं आ रहा। जबकि जो हमारा नेशनल का मेडल का पैसा है अभी तक हम लोगों को वो भी नहीं दिया गया। अभी फॉर्म डाले हुए हैं हमने, बट अभी उसका पैसा हमें नहीं मिला। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਪ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸੋ ਦੋਸਤੋ, ਅੱਜ ਅਸੀਂ ਪਹੁੰਚੇ ਹੈਗੇ ਕਿ ਤੁਹਾਨੂੰ ਇੱਕ ਐਸੇ ਕਪਲ ਦੇ ਨਾਲ ਮਿਲਵਾਉਣ ਲੈ ਕੇ ਜਾ ਰਹੇ ਜੋ ਕਿ ਇੰਟਰਨੈਸ਼ਨਲ ਦਿਵਿਆਂਗ ਪਲੇਅਰ ਨੇ ਪੈਰਾ ਬੈਡਮਿੰਟਨ ਦੇ ਵਿੱਚ। ਤੁਹਾਨੂੰ ਦੱਸਦਾ ਕਿ ਹਾਲ ਹੀ ਦੇ ਵਿੱਚ ਉਹ 2 ਸਿਲਵਰ ਮੈਡਲ ਜਿਹੜੇ ਹੈਗੇ ਨੇ ਯੁਗਾਂਡਾ ਯਾਨੀ ਕਿ ਸਾਊਥ ਅਫਰੀਕਾ ਤੇ ਜਿੱਤ ਕੇ ਆਏ ਸੀ, ਜੋ ਕਿ ਜਿੱਥੇ ਜਾ ਕੇ ਉਹਨਾਂ ਨੇ 2 ਸਿਲਵਰ ਮੈਡਲ ਜਿੱਤੇ ਔਰ ਹਿੰਦੁਸਤਾਨ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕੀਤਾ। ਉਸ ਦੇ ਨਾਲ ਨਾਲ ਤੁਹਾਨੂੰ ਦੱਸਦਾ ਕਿ ਅਗਰ ਹਿੰਦੁਸਤਾਨ ਦੀ ਗੱਲ ਕਰੀਏ, ਇੰਡੀਆ ਦੀ ਗੱਲ ਕਰੀਏ, ਤਾਂ ਇੱਥੇ ਵੀ ਉਹ ਤਕਰੀਬਨ 2 골ਡ ਮੈਡਲ ਜਿਹੜੇ ਹੈਗੇ ਨੇ ਜਿੱਤ ਚੁੱਕੇ ਨੇ। ਤੁਹਾਨੂੰ ਦੱਸਦਾ ਕਿ ਬਹੁਤ ਮਾਣ ਵਾਲੀ ਗੱਲ ਹੈਗੀ ਹੈ ਕਿ ਬਹੁਤ ਜਲਦੀ ਉਹ ਜਿਹੜੇ ਹੈਗੇ ਨੇ 2 ਜੁਲਾਈ ਨੂੰ ਜਿਹੜਾ ਦੁਬਾਰਾ ਤੋਂ ਉਹਨਾਂ ਦੀ ਫਲਾਈਟ ਹੈ ਯੁਗਾਂਡਾ ਦੀ, ਤੇ ਕਿੱਦਾਂ ਦੇ ਮੈਚਿਸ ਹੋਣ ਰਹੇ ਨੇ, ਇਹ ਸਾਰੀ ਗੱਲਾਂ ਤੇ ਪੁੱਛਾਂਗੇ। ਲੇਕਿਨ ਤੁਹਾਨੂੰ ਮੈਂ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਣਾ ਚਾਹਾਂਗਾ ਕਿ ਜਦੋਂ ਲਾਸਟ ਟਾਈਮ ਵੀ ਉਹ ਯੁਗਾਂਡਾ ਗਏ ਸੀਗੇ ਮੈਚ ਖੇਡਣ ਵਾਸਤੇ ਪੈਰਾ ਬੈਡਮਿੰਟਨ, ਤੇ ਉਸ ਸਮੇਂ ਵੀ ਉਹਨਾਂ ਨੂੰ ਤਕਰੀਬਨ ਭਗਵਾਨ ਮਹਾਵੀਰ ਸੇਵਾ ਸੁਸਾਇਟੀ ਵੱਲੋਂ 4 ਲੱਖ ਰੁਪਏ ਦੀ ਰਾਸ਼ੀ ਹੈ ਉਹ ਇਕੱਠੀ ਕਰਕੇ ਦਿੱਤੀ ਗਈ ਸੀਗੀ, ਔਰ ਉਸ ਦੇ ਨਾਲ ਵੀਲ ਚੇਅਰ। ਤੁਹਾਨੂੰ ਦੱਸਦਾ ਕਿ ਜਿਹੜੇ ਵੀਲ ਚੇਅਰ 'ਤੇ ਮੈਚ ਖੇਡਦੇ ਤਕਰੀਬਨ ਉਸ ਜਿਹੜੀ ਕੋਸਟ ਹੈ, ਜੋ ਕਿ ਜਰਮਨ ਵੀਲ ਚੇਅਰ ਦੀ ਗੱਲ ਕਰੀਏ ਤਾਂ 4.5 ਲੱਖ ਰੁਪਏ ਉਹਦਾ ਚਾਰਜਿਸ ਹੈਗੇ ਨੇ। ਔਰ ਅਗਰ ਚਾਈਨਾ ਦੀ ਵੀਲ ਚੇਅਰ ਦੀ ਗੱਲ ਕਰੀਏ ਤਾਂ ਤਕਰੀਬਨ ਨਾ ਕਰਕੇ ਵੀ 80,000 ਰੁਪਏ ਉਹਦੇ ਚਾਰਜਿਸ ਹੈਗੇ ਨੇ, ਜੋ ਕਿ ਸਪੈਸ਼ਲੀ ਇਹਨਾਂ ਵਾਸਤੇ ਬੈਂਗਲੌਰ ਤੋਂ ਅੱਜ ਮੰਗਾਈ ਗਈ ਹੈਗੀ ਹੈ। ਉਹ ਤੁਹਾਨੂੰ ਦੱਸਦਾ ਕਿ 2 ਤਰੀਕ ਨੂੰ ਉਹਨਾਂ ਦੀ ਜਿਹੜੀ ਫਲਾਈਟ ਹੈ ਔਰ ਯੁਗਾਂਡਾ ਦੀ ਸਾਊਥ ਅਫਰੀਕਾ ਦੀ, ਕਿੱਦਾਂ ਦੇ ਉੱਥੇ ਦੇ ਮੈਚਿਸ ਹੋਣ ਜਾ ਰਹੇ ਨੇ, ਆਓ ਉਹਨਾਂ ਦੀ ਗੱਲਬਾਤ ਕਰਦੇ ਹੈਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਨਾਮ ਦੱਸੋ ਦਰਸ਼ਕਾਂ ਨੂੰ, ਔਰ ਦੱਸੋ ਆਪਣੇ ਬਾਰੇ ਥੋੜਾ, ਜਿਸ ਤਰ੍ਹਾਂ ਕਿ ਤੁਹਾਡੇ ਮੈਚਿਸ ਜਿਹੜੇ ਹੈਗੇ ਨੇ ਯੁਗਾਂਡਾ ਦੇ ਵਿੱਚ ਕਿੱਥੇ ਹੋਣ ਜਾ ਰਹੇ ਨੇ, ਉਹਨਾਂ ਨੂੰ ਕੀ ਨਾਮ ਦਿੱਤਾ ਗਿਆ, ਕੀ ਟਾਈਟਲ ਹੈਗਾ, ਸਾਰਾ ਕੁਝ ਜਾਣਦੇ। ਹਾਂਜੀ ਸਰ, ਮੈਂ ਅਸ਼ਵਨੀ ਕੁਮਾਰ ਇੰਟਰਨੈਸ਼ਨਲ ਪੈਰਾ ਬੈਡਮਿੰਟਨ ਪਲੇਅਰ, ਤੇ ਅਸੀਂ 2 ਜੁਲਾਈ ਨੂੰ ਯੁਗਾਂਡਾ ਦੇ ਲਈ ਖੇਡਣ ਜਾ ਰਹੇ ਹਾਂ। ਕਿ ਜਿਹੜੇ ਮਤਲਬ ਕਿ ਇਹ ਟੂਰਨਾਮੈਂਟ ਹੋ ਰਹੇ ਪਏ ਨੇ, ਇਹ ਪੈਰਾਲੰਪਿਕ ਦੀ ਦੇਸ਼ ਦੇ ਲਈ ਹੋ ਰਹੇ ਨੇ, ਜਿਹੜੇ ਮਤਲਬ ਕਿ ਪੈਰਿਸ ਦੇ ਵਿੱਚ ਹੋਣੇ 2024 ਦੇ ਵਿੱਚ, ਤੇ ਉਸ ਦੇ ਲਈ ਇਹ ਸਾਡੇ ਟੂਰਨਾਮੈਂਟ ਨੇ। ਤੇ ਅੱਗੇ ਜਿਹੜਾ ਸਾਨੂੰ ਟੂਰਨਾਮੈਂਟ ਸਾਡੇ ਆ ਉਹ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਜਾਪਾਨ ਦੇ ਟੂਰਨਾਮੈਂਟ ਸਾਡੇ ਆ। ਠੀਕ ਹੈ, ਅਗਰ ਗੱਲ ਕਰੀਏ ਇਹਨਾਂ ਨੂੰ ਕੀ ਟਾਈਟਲ ਦਿੱਤਾ ਗਿਆ, ਕਿਉਂਕਿ ਹਰ ਮੈਚ ਦਾ ਕੋਈ ਨਾ ਕੋਈ ਟਾਈਟਲ ਹੁੰਦਾ। ਜਿਸ ਦਾ ਆਪਾਂ ਗੱਲ ਕਰੀਏ, ਅਗਰ ਕ੍ਰਿਕਟ ਦੀ ਵੀ ਗੱਲ ਕਰੀਏ, 2023 ਦਾ ਵਰਲਡ ਕੱਪ ਜਿਹੜਾ ਵਾ ਉਹ ਇੰਡੀਆ ਦੇ ਵਿੱਚ ਹੋਣ ਜਾ ਰਿਹਾ ਹੈ ਨਾ, ਤੇ ਤੁਹਾਡੇ ਜਿਹੜਾ ਮੈਚ ਹੈ ਪੈਰਾ ਬੈਡਮਿੰਟਨ ਦਾ, ਇਹਨੂੰ ਕੀ ਟਾਈਟਲ ਦਿੱਤੇ, ਤਕਰੀਬਨ ਕਿੰਨੀਆਂ ਟੀਮਾਂ ਇਹਦੇ ਜਿਹੜੀਆਂ ਹਿੱਸਾ ਲੈ ਰਹੀਆਂ ਨੇ, ਉਹ ਤੁਸੀਂ ਭਾਰਤ ਵੱਲੋਂ ਜਾ ਰਹੇ ਹੋ। ਮੈਂ ਦੇਖ ਰਿਹਾ ਕਿ ਬਹੁਤ ਸੋਹਣਾ ਫਲੈਗ ਵੀ ਤੁਹਾਡੀ ਟੀ-ਸ਼ਰਟ 'ਤੇ ਲੱਗਾ ਹੈ। ਇਹ ਐਕਚੁਅਲੀ ਜਿਹੜਾ ਟੂਰਨਾਮੈਂਟ ਹੈ, ਜਿਹੜੇ ਪਾਰਟਿਸਿਪੇਟ ਕਰ ਰਹੇ ਆ ਓਲਡ ਵਰਲਡ ਤੋਂ ਪਾਰਟਿਸਿਪੇਟ ਕਰ ਰਹੇ ਸਾਰੇ ਪਲੇਅਰ। ਤੇ ਜਿਹੜਾ ਟੂਰਨਾਮੈਂਟ ਹੋ ਰਿਹਾ ਵਾ ਇਹ ਮਤਲਬ ਕਿ BWF ਦੇ ਅੰਡਰ ਹੋ ਰਿਹਾ ਟੂਰਨਾਮੈਂਟ, ਤੇ ਇਹ ਜਿਹੜਾ ਪੈਰਾਲੰਪਿਕ ਦੀ ਰੇਸ ਦੇ ਲਈ ਹੋ ਰਿਹਾ ਵਾ ਸਾਰੇ ਟੂਰਨਾਮੈਂਟ ਜਿਹੜੇ ਵੀ ਹੋ ਰਹੇ ਪਏ ਹੁਣ। ਤੇ ਇਹ ਪੈਰਿਸ ਦੇ ਵਿੱਚ ਹੈ ਪੈਰਾਲੰਪਿਕ ਜਿਹੜਾ 2024 ਦੇ ਵਿੱਚ, ਤੇ ਉਹਦੇ ਲਈ ਸਾਡੀ ਤਿਆਰੀ ਚੱਲਦੀ ਵੀ। ਠੀਕ ਹੈ, ਕਿੰਨੀ ਖੁਸ਼ੀ ਹੈ ਕਿ 2 ਤਰੀਕ ਨੂੰ ਤੁਹਾਡੀ ਜਿਹੜੀ ਫਲਾਈਟ ਹੈਗੀ ਹੈ ਹੁਣ ਇੱਥੋਂ ਦੀ ਵਾਪਸ ਇੱਕ ਵਾਰੀ ਫਿਰ ਦੁਬਾਰਾ ਤੁਸੀਂ ਯੁਗਾਂਡਾ ਜਾ ਰਹੇ ਹੋ। ਲਾਸਟ ਟਾਈਮ ਦੇ ਕਿੱਦਾਂ ਦੀ ਯਾਦਾਂ ਨੇ, ਤਾਂ ਹੁਣ ਕੀ ਅਚੀਵ ਕਰਨ ਦੀ ਸੋਚਣ ਜਾ ਰਹੇ ਹੋ? ਦੇਖੋ ਜੀ, ਪਿਛਲੀ ਵਾਰ ਥੋੜਾ ਦਿੱਕਤ ਵੀ ਸੀਗੀ ਮੇਰੀ ਵਾਈਫ ਨੂੰ ਕਾਫੀ ਜ਼ਿਆਦੀ, ਕਿਉਂਕਿ ਉਹਦੇ ਕੋਲ ਵੀਲ ਚੇਅਰ ਵੀ ਨਹੀਂ ਸੀ ਪਿਛਲੀ ਵਾਰ। ਤੇ ਹੁਣ ਮਤਲਬ ਕਿ ਉਹਨੂੰ ਨਵੀਂ ਵੀਲ ਚੇਅਰ ਵੀ ਮਿਲੀ ਹੈ। ਉਹਨੇ ਖਰਾਬ ਵੀਲ ਚੇਅਰ ਤੇ ਵੀ ਸਿਲਵਰ ਮੈਡਲ ਜਿੱਤੇ ਸੀਗੇ, ਤੇ ਮੈਂ ਉਮੀਦ ਕਰਦਾ ਵਾਂ ਤੇ ਇਸ ਵਾਰ ਮੇਰੀ ਵਾਈਫ ਜ਼ਰੂਰ 골ਡ ਮੈਡਲ ਜਿੱਤੂਗੀ ਤੇ ਉਹਦੇ ਨਾਲ ਮੈਂ ਵੀ ਇਸ ਵਾਰ ਮੈਡਲ ਲੈ ਕੇ ਆਊਂਗਾ।
ਤੁਸੀਂ ਆਸ ਪੱਕਾ ਕਰਦਾ ਕਿ ਤੁਸੀਂ ਇਸ ਵਾਰੀ ਇੰਡੀਆ ਵਾਸਤੇ 골ਡ ਮੈਡਲ ਲੈ ਕੇ ਆਵੋ, ਕਿਉਂਕਿ ਲਾਸਟ ਟਾਈਮ ਤੁਸੀਂ ਨਾਰਾਜ਼ ਨਹੀਂ ਕੀਤਾ, ਸਿਲਵਰ ਮੈਡਲ ਲੈ ਕੇ ਆਏ ਹੋ, ਤੇ ਇਸ ਵਾਰੀ ਪੂਰੀ ਜਿਹੜੀ ਟੀਮ ਹੈਗੀ ਉਹ ਚਾਹੁੰਦੇ ਕਿ ਤੁਸੀਂ ਇੰਡੀਆ ਵਾਸਤੇ ਜ਼ਰੂਰ ਇਸ ਵਾਰੀ 골ਡ ਮੈਡਲ ਲੈ ਕੇ ਆਓ। ਤਾਂ ਆਪਾਂ ਗੱਲ ਕਰਦੇ ਹਾਂ ਸ਼ਿਵਾਨੀ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। सत श्रीकाल जी, शबाना नाम है मेरा। ਸ਼ਿਵਾਨਾ ਜੀ, ਕੀ ਕਹਿਣਾ ਚਾਹੋਗੇ ਕਿ ਕਿਸ ਪ੍ਰਕਾਰ ਨਾਲ ਤੁਸੀਂ ਇਸ ਵਾਰੀ ਫਿਰ ਐਜ਼ ਅ ਕਪਲ ਜਾ ਰਹੇ ਹੋ ਤੇ ਧੂਮ ਮਚਾਉਣ ਜਾ ਰਹੇ ਹੋ, ਔਰ ਕਿੰਨੀ ਐਕਸਾइटमेंट हैगी है युगांडा ਦੀ? सर एक्साइटमेंट तो बहुत है, क्योंकि मैं पैरालंपिक की रेस में हूँ। मेरी इस टाइम जो रैंकिंग है, वर्ल्ड रैंकिंग, वो 23 है। तो उसके लिए हम लोगों को ये टूर्नामेंट खेलने हैं इंटरनेशनल। और एक तो युगांडा हो गया, इंडोनेशिया हो गया, जापान है। तो और जो है एशियन गेम्स जो होने वाले हैं उसमें भी ट्रायल हमारे अगस्त में होने हैं। तो इसी के लिए हम लोग मेहनत कर रहे हैं, क्योंकि हमारा पैरालंपिक में सपना था मेडल लाने का, गवर्नमेंट पार्टिसिपेट करने का भी और मेडल लाने का भी। तो इसीलिए हम लोग इतनी मेहनत कर रहे हैं। और जो व्हीलचेयर मुझे मिली है, ये अब कम से कम मैं इसके प्रयास में कम से कम मैं 3-4 साल से लगी हूँ। मुझे व्हीलचेयर नहीं मिल पा रही थी, उसके बावजूद भी मैं फिर मेडल लेकर आई, मेहनत की मैंने, मेडल लेकर आई। और अब ये मेरे पास व्हीलचेयर आ गई, तो शायद मैं ज़रूर अपने देश के लिए गोल्ड मेडल लेके आऊँगी। अच्छा, अगर बात करें कितनी मेहनत करनी पड़ती है इसके पीछे, क्योंकि एक जाना वहाँ पर बात अलग है, पर जब आप वहाँ पर जाते हैं इसके पीछे पर्दे के पीछे आप कितनी मेहनत करते हैं दिन रात? सर देखिए, नॉर्मल के लिए तो बहुत इजी है ये बैडमिंटन गेम। आपको सबको पता ही है कि बैडमिंटन गेम बहुत टफ है, और वो भी व्हीलचेयर के ऊपर खेलना वो बहुत ज़्यादा टफ है। अब उसके लिए हमें प्रॉपर अच्छी कोचिंग, मतलब कम से कम हमारे लिए 3 सेशन होने चाहिए, जो गवर्नमेंट से हम लोगों ने अपील की हुई है कि हमें अच्छा कोच प्रोवाइड किया जाए, अच्छी मतलब टेक्निक हमें दी जाए, जिसके लिए हम अपने देश का नाम पैरालंपिक में नाम रोशन कर सकें। अच्छा, अगर बात करें कितनी जैसे ये सारी चीज़ें अरेंजमेंट है, मैंने सुना था कि आपका वीज़ा भी बीच में से लग नहीं पाया था, तो कैसा लग रहा था? सर वो वीज़ा में प्रॉब्लम बस ये आ रही थी, कैपिटल लेटर में मेरा नाम जाना था, वो स्मॉल लेटर में भरा जा रहा था, मगर किसी को भी समझ नहीं आया। इसके लिए मैं एम्बेसी तक चली गई सर दिल्ली, वहाँ पर हो गया, तो उनको भी समझ नहीं आ रहा था मतलब क्या रीज़न है जो वीज़ा नहीं लग रहा। तो बाद में फिर मैंने उसको काफ़ी बार रीड किया, रीड करने के बाद पता लगा कि शायद कैपिटल लेटर और स्मॉल लेटर में कोई अंतर है। तो मैंने फिर उसको कैपिटल लेटर में भरा, तो मेरा एक्सेप्ट हो गया। ठीक है। और अगर बात करें गवर्नमेंट की तरफ से अभी कुछ आपको जो है कुछ हेल्प या मदद मिली है? नहीं, गवर्नमेंट से हमें कोई हेल्प नहीं मिल पा रही। हमने कितनी बार भी मतलब मुख्यमंत्री जी को भी हमने एप्लीकेशन वगैरह दी है, और डीसी को भी दी है हमने एप्लीकेशन, मगर हमें गवर्नमेंट से कोई हेल्प नहीं मिल रही। जबकि जो हमारा नेशनल का मेडल का पैसा है, अभी तक हम लोगों को वो भी नहीं दिया गया। अभी फॉर्म डाले हुए हैं हमने, बट अभी उसका पैसा हमें नहीं मिला। 7.5 लाख रुपये हमें गवर्नमेंट से लेना है, बट वो अभी तक हमें नहीं मिल पा रहा। अब इसका रीज़न ये है, हमें समझ नहीं आ रहा कि पैरालंपिक वालों को या पैरा वालों को क्यों इग्नोर मारा जा रहा है, वो रीज़न हमें आज तक समझ नहीं आ रहा। बिल्कुल मिलेंगे, क्योंकि अगर पंजाब गवर्नमेंट की बात करें तो वो समय समय बहुत सारे स्पोर्ट्स प्लेयर को लेकर बहुत सारे योगदान कर रहे हैं, बहुत सारे एक्टिविटीज़ भी कर रहे हैं। कहीं ना कहीं जैसे कह लो कि वीज़े में कहीं ना कहीं दिक्कत आई है, तो वैसे ही लगता है कि यहाँ पर भी दिक्कत होगी, तो थोड़ा इसमें आप अगर फाइंड आउट करोगे तो ज़रूर निकल के आए। बिल्कुल, एसोसिएशन जो हमारे जहाँ है पंजाब की जो पैरा वालों की एसोसिएशन है, जसप्रीत भैया, उनसे भी मैं रिक्वेस्ट करूँगी, उन्हीं के अंडर ज़्यादा है कि हम लोगों के स्टेट भी नहीं हो पा रहे। वो दिक्कत ये आ रही है कि हम लोगों की जो कैटेगरी होती है उसके लिए डॉक्टर की टीम बैठती है, तो वो उसमें भी मतलब कंफ्यूज हो पा रहे हैं। गवर्नमेंट कह रही है कि आप लोग करो, वो कह रहे हैं कि आप लोग करो, तो उसमें बीच में हम लोग फंस रहे हैं। चलो, ये तो बात वो थी कि आप किस प्रकार से मेहनत कर रहे हैं, और हमें बहुत ज़्यादा खुशी है कि आप दोनों जा रहे हैं इस बार देश के लिए गोल्ड मेडल लेके आएंगे। मैं आखिर में ये पूछना चाहूँगा कि भगवान महावीर सेवा सोसाइटी जो शुरू से आपके साथ जुड़ा हुआ है, जिन्होंने आपके सपनों को हकीकत होते हुए आपको दिखाया है, और दोबारा से आप उनके सहयोग से एक बार फिर जा रहे हैं, क्या कहना चाहेंगे, कितना योगदान है भगवान महावीर से? भगवान महावीर सेवा संस्थान वालों का तो हमेशा हमारे लिए योगदान रहता है, क्योंकि चाहे हम मतलब कि टूर्नामेंट जाएँ चाहे ना जाएँ, मतलब कि और भी मतलब कई चीज़ों में हमारा योगदान कर देते हैं। दूसरा मैं जो थैंक्स करना चाहता हूँ वो हमारे मतलब कि गुरु नानक स्टेडियम के जो शास्त्री हॉल के प्रेसिडेंट कुमरिया सर हैं, अनुपम कुमरिया जी, उन्होंने हमारा बहुत साथ दिया है। क्योंकि पहले हम BCM में प्रैक्टिस कर रहे थे, वहाँ की प्रिंसिपल चेंज हो गई थी, फिर हमें फिर जगह पे प्रॉब्लम थी कि प्रैक्टिस कहाँ पर करें। फिर हमने कुमरिया सर से रिक्वेस्ट की, तो उन्होंने फिर मतलब कि हमें वहाँ पर जगह दी खेलने के लिए। और दूसरा फिर अभी जो व्हीलचेयर आई है उसमें भी उन्होंने कंट्रीब्यूट किया है। तो दूसरा हम जो पिछले साल युगांडा गए थे तब भी उन्होंने हमारी मतलब कि फाइनेंशियली हेल्प की थी कुमरिया सर ने। युगांडा के जो मैचेस है कितने से कितने तक चलेंगे, कब से कब तक चलेंगे सारे? ये चलेंगे 4 से 10 तारीख तक चलने ये टूर्नामेंट। और दूसरा जो सबसे बड़ा थैंक्स करना चाहता हूँ मैं, वो जो मेरी वाइफ को व्हीलचेयर मिली है सिटी नीट की तरफ से, दीवान सर ने दिलवाई है, तो उनका मैं बहुत ज़्यादा थैंक्स करता हूँ। राकेश जी, ਤੁਸੀਂ ਕੀ ਕਹਿਣਾ ਚਾਹੋਗੇ ਨਾ ਪੂਰੇ ਦੇ ਇੱਕ ਵਾਰੀ ਖਿਡਾਰੀ ਫੇਰ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਯੁਗਾਂਡਾ ਜਾ ਰਹੇ ਨੇ, ਲਾਸਟ ਟਾਈਮ ਵੀ ਤੁਹਾਡੇ ਥਰੂ ਗਏ ਸੀਗੇ, ਕਿੱਦਾਂ ਲੱਗ ਰਿਹਾ? ਸਾਡੇ ਵਾਸਤੇ ਤਾਂ ਬਹੁਤ ਅੱਛੀ ਔਰ ਬਹੁਤ ਵਧੀਆ ਮੂਵਮੈਂਟ ਹੈਗੀ ਹੈ।
ਕਿਉਂਕਿ ਅੱਜ ਵੀ ਇੱਕ ਤਰ੍ਹਾਂ ਅਸੀਂ ਇੱਥੋਂ ਦਾ ਵਿਦਾਈ ਸਮਾਰੋਹ ਇੱਕ ਵੀਲ ਚੇਅਰ ਜਿਹੜੀ ਹੈਗੀ ਹੈ ਇੱਥੋਂ ਦੀਆਂ ਲੁਧਿਆਣਾ ਦੀਆਂ 3 ਆਰਗੇਨਾਈਜੇਸ਼ਨ ਸਿਟੀ ਨੀਡ, ਲੁਧਿਆਣਾ ਬੈਡਮਿੰਟਨ ਐਸੋਸੀਏਸ਼ਨ ਔਰ ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਇਹ ਜਿਹੜਾ ਫਸਟ ਵੀਲ ਚੇਅਰ ਜਿਹੜੀ ਹੈਗੀ ਹੈ ਔਰ ਸੈਕੰਡ ਵੀਲ ਚੇਅਰ ਦੀ ਵੀ ਅਸੀਂ ਜਲਦੀ ਹੀ ਪ੍ਰਯਾਸ ਕਰਾਂਗੇ ਸੈਕੰਡ ਵੀਲ ਚੇਅਰ ਵੀ ਇਹਨਾਂ ਨੂੰ ਦਵਾਈ ਜਾਵੇ। ਕਿਉਂਕਿ ਕਾਰਨ ਕੀ ਹੈ ਕਿ ਅਸੀਂ ਬੈਡਮਿੰਟਨ ਜਿਸ ਗੱਲ ਦੇ ਜਿਸ ਚੀਜ਼ ਦੇ ਪਲੇਅਰ ਨੇ ਹੈ ਨਾ, ਅਗਰ ਇੰਸਟਰੂਮੈਂਟ ਹੀ ਅੱਛਾ ਨਹੀਂ ਹੈਗਾ, ਦੇਖੋ ਆਮ ਵੀਲ ਚੇਅਰ ਦੇ ਉੱਪਰ ਖੇਲ ਕੇ ਇਹਨਾਂ ਨੇ ਅੰਤਰਰਾਸ਼ਟਰੀ ਲੈਵਲ ਦੇ ਉੱਪਰ 2 ਪਦਕ ਪ੍ਰਾਪਤ ਕੀਤੇ ਹੈ ਨਾ। ਜੇ ਅਗਰ ਇਹਨਾਂ ਕੋਈ ਇੰਸਟਰੂਮੈਂਟ ਹੀ ਅੱਛਾ ਹੋਏਗਾ ਦੈਨ ਹੋਰ ਜ਼ਿਆਦਾ ਆਸਾਰ ਹੈਗਾ। ਕਿਉਂ ਕਾਰਨ ਕਿ ਜਨੂਨ ਹੈ ਇਹਨਾਂ ਅੰਦਰ ਹੈ ਨਾ ਜੀ। ਇੱਕ ਹਾਲਾਤ ਦੇਖੋ, ਡਾਈਟ ਦੀ ਦਿੱਕਤ ਹੈਗੀ ਹੈ, ਕੋਚ ਦੀ ਦਿੱਕਤ ਹੈਗੀ ਹੈ, ਪ੍ਰਸ਼ਾਸਨ ਦਾ ਕੋਈ ਸਹਿਯੋਗ ਨਹੀਂ, ਮੁਹੱਲੇ ਦਾ ਕੋਈ ਸਹਿਯੋਗ ਨਹੀਂ, ਕੋਈ ਐਮਐਲਏ ਸਹਿਯੋਗ ਨਹੀਂ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਇਸ ਗੱਲ ਦਾ ਕੋਈ ਇਲਮ ਹੀ ਹੈ ਨਹੀਂ ਕਿ ਉਹਨਾਂ ਦੇ ਲੁਧਿਆਣਾ ਦੇ ਵਿੱਚ ਜਿਹੜੇ ਹੈਗੇ ਆ ਵੀ 2 ਬੱਚੇ ਜਿਹੜੇ ਅੰਤਰਰਾਸ਼ਟਰੀ ਲੈਵਲ ਉੱਪਰ ਸਵਰਨ ਪਦਕ ਲੈ ਕੇ ਆਏ ਹੈ। ਈਵਨ ਮੈਂ ਪਰਸਨਲ ਵੀ ਉਹਨਾਂ ਨੂੰ ਮੈਸੇਜ ਕੀਤਾ ਹੈਗਾ, ਲੇਕਿਨ ਪ੍ਰਸ਼ਾਸਨ ਨੇ ਜਿਹੜਾ ਕਿ ਅਸੀਂ ਸਮਾਜਿਕ ਵੈਲਕਮ ਕੀਤਾ ਸੀ, ਜੈਨ ਸਮਾਜ ਵੱਲੋਂ ਵੈਲਕਮ ਕੀਤਾ, ਸਮਾਜ ਵੱਲੋਂ ਲੁਧਿਆਣਾ ਸ਼ਹਿਰ ਵੱਲੋਂ ਵੈਲਕਮ ਕੀਤਾ ਗਿਆ, ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਵੈਲਕਮ ਨਹੀਂ ਕੀਤਾ ਗਿਆ ਜਿਹੜੀ ਕਿ ਉਹਨਾਂ ਦੀ ਸਮਾਜਿਕ ਜ਼ਿੰਮੇਵਾਰੀ ਬਣਦੀ ਸੀਗੀ। ਸਾਨੂੰ ਇਸ ਗੱਲ ਦਾ ਰੋਸ਼ ਹੈ, ਸਰਕਾਰ ਤੇ ਵੀ ਰੋਸ਼ ਹੈਗਾ ਵੈ ਔਰ ਪ੍ਰਸ਼ਾਸਨ ਦੇ ਵੀ ਰੋਸ਼ ਹੈਗਾ ਵੈ। ਕੋਈ ਗੱਲ ਨਹੀਂ ਹੈ, ਸਰਕਾਰ ਔਰ ਪ੍ਰਸ਼ਾਸਨ ਅਗਰ ਕੰਮ ਨਹੀਂ ਵੀ ਕਰਦੇ ਹੈਗੇ ਤਾਂ ਸਮਾਜ ਹਮੇਸ਼ਾ ਐਸੇ ਬੱਚਿਆਂ ਦੇ ਨਾਲ ਹਮੇਸ਼ਾ ਹੀ ਖੜਾ ਹੈਗਾ ਵੈ ਜਿਹੜੇ ਕਿ ਆਪਣਾ ਨੋ ਡਾਊਟ ਮੈਂ ਪਿਛਲੇ 17 ਸਾਲਾਂ ਤੋਂ ਦਿਵਿਆਂਗ ਲੋਕਾਂ ਵਾਸਤੇ ਹੀ ਕੰਮ ਕਰਦਾ ਆ ਰਿਹਾ। ਉਹਨਾਂ ਦੀ ਸਰਜਰੀ ਤਕਰੀਬਨ 3500 ਦੇ ਕਰੀਬ ਸਰਜਰੀ ਕਰਵਾ ਚੁੱਕਿਆ ਹੈਗਾ ਵਾ। ਮੈਨੂੰ ਥੋੜ੍ਹੇ ਨਹੀਂ ਜ਼ਿਆਦਾ ਜਿਹੜੇ ਖਾਸ ਕਰਕੇ ਦਿਵਿਆਂਗ ਹੁੰਦੇ ਹੈ ਇਹ ਤਾਂ ਐਕਸਟਰਾਆਰਡਨਰੀ ਨੇ ਹੈ ਨਾ। ਉਹਨਾਂ ਨੇ ਤਾਂ ਸਾਡੇ ਕੋਲ ਆਏ, ਆਪਣਾ ਜੀਵਨ ਚੇਂਜ ਕੀਤਾ, ਆਪਰੇਸ਼ਨ ਕਰਵਾਇਆ, ਖੜੇ ਹੋ ਗਏ, ਨੌਕਰੀ ਕਰ ਲਈ, ਬੱਚੇ ਪੈਦਾ ਕਰ ਲਏ ਹੈ ਨਾ। ਐਸੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹਨਾਂ ਨੇ ਆਪਣੇ ਤੱਕ ਸੀਮਤ ਰੱਖੀਆਂ। ਕਿੱਦਾਂ ਦੇਖਦੇ ਹੋ ਇਹਨਾਂ ਨੂੰ? ਅਗਰ ਗੱਲ ਕਰੀਏ ਉਹਨਾਂ ਨੇ ਵਿਦਾਈ ਸਮਾਰੋਹ ਜਗ੍ਹਾ ਕਿੱਦਾਂ ਇਹਨਾਂ ਨੂੰ ਵਿਦਾ ਕਰ ਰਹੇ ਹੈਗੇ ਹੋ ਔਰ ਕਿੱਦਾਂ ਦੇਖਦੇ ਹੋ ਕਿ ਲਾਸਟ ਟਾਈਮ ਤੋਂ ਤੁਹਾਡੇ ਸਪੈਸ਼ਲੀ ਦੇਸ਼ ਵਾਸਤੇ ਸਿਲਵਰ ਮੈਡਲ ਲਿਆਏ ਸੀ, ਇਸ ਵਾਰ ਇਹਨਾਂ 100% ਕਹਿਣਾ ਕਿ ਸਾਨੂੰ ਚੇਅਰਸ ਨਵੀਆਂ ਮਿਲ ਗਈਆਂ ਔਰ 100% ਕੋਸ਼ਿਸ਼ ਕਰਾਂਗੇ ਗੋਲਡ ਮੈਡਲ ਲੈ ਕੇ। ਨਹੀਂ, ਮੈਨੂੰ ਇਹਨਾਂ ਦੇ ਉੱਪਰ ਵਿਸ਼ਵਾਸ ਹੈ ਜੀ, ਦੋਨੇ ਬੱਚਿਆਂ ਦੇ ਵਿਸ਼ਵਾਸ ਹੈਗਾ ਮੈਂ ਵੀ ਉਹ ਜੋ ਕਹਿ ਰਹੇ ਨੇ ਉਹ ਕਰਕੇ ਦਿਖਾਣਗੇ ਹੈ ਨਾ। ਸ਼ਿਵਾਨਾ ਹੈ, ਹਸਬੈਂਡ ਹੈਗੇ ਆ, ਦੋਨੋਂ ਬਹੁਤ ਡੈਡੀਕੇਟ ਨੇ ਹੈ ਨਾ। ਦੇਖੋ ਅੱਜ ਬੜੀ ਗੱਲ ਕੀ ਹੈ ਕਿ ਡਾਈਟ ਦੀ ਵਿਵਸਥਾ ਨਹੀਂ ਹੈ ਨਾ, ਕੋਈ ਇਨਕਮ ਦਾ ਸਾਧਨ ਨਹੀਂ ਹੈਗਾ ਹੈ ਨਾ। ਉਹ ਵੀ ਵਿਚਾਰਾ ਸਾਰਾ ਦਿਨ ਘੁੰਮਦਾ ਹੈਗਾ, ਉਹ ਵੀ ਨੌਕਰੀ ਜਿਹੜੀ ਸੀ ਉਹ ਵੀ ਚਲੀ ਗਈ ਹੈਗੀ ਆ, ਲੇਕਿਨ ਪ੍ਰਯਾਸ ਕਰਦੇ ਆ ਪਰਮਾਤਮਾ ਨਾਲ ਹੈਗਾ ਔਰ ਸਮਾਜ ਨਾਲ ਹੈਗਾ ਜੀ। सो आई एम मनप्रीत फ्रॉम सिटी नीड्स। बेसिकली ये इनिशिएट कभी भी सक्सेसफुल ना हो पाता अगर मनीत सर इसमें इन्वॉल्व ना होते। तो मनीत सर का सबसे बड़ा यहाँ पे रोल है, किसी ज़्यादा इमरजेंसी की वजह से वो यहाँ पे आ नहीं पाए। सो बेसिकली तो यही है कि इनको व्हील चेयर मिल गई, दैट इज़ अ वेरी गुड थिंग कि ये काफ़ी टाइम से प्रैक्टिस कर रहे थे, इनिशिएट ले रहे थे कि इनको कहीं से हेल्प हो, बट ड्यू टू सम लैक ऑफ इनकम सोर्सेज इनकी ये चीज़ अकम्प्लिश नहीं हो पा रही थी, बट अभी इनको व्हील चेयर मिल गई, दैट इज़ अ वेरी गुड थिंग। तो अच्छा खेलेंगे। शुक्रिया। सिटी ने समय समय बहुत अच्छे कार्य करता रहता सोसाइटी के लिए, सो एक बार फिर से उन्होंने करके दिखाया है और असें आशा करते हैं कि ज़रूर जैसे उन्होंने बताया कि हम आने वाले समय में जो है गोल्ड मेडल लेके आएंगे, क्योंकि लास्ट टाइम ये सिल्वर लाए थे। सो इस बार हम सब इनकी दुआएं हमारे साथ है। बिल्कुल। हाँ जी, क्या कहना चाहेंगे आप? ये बड़ा डेडिकेटेड कपल है जी, इनको मैंने मेहनत करते देखा है। शास्त्री बैडमिंटन हॉल में ये करते हैं प्रैक्टिस और रेगुलर प्रैक्टिस करते हैं। बड़ा इन्होंने नाम कमाया है पंजाब के लिए, लुधियाना के लिए, और हमारा आशीर्वाद इनके साथ हमेशा है। बाकी जो भगवान ये महावीर जैन संस्था है, राकेश जैन जी ने स्पेशली, मैं तो इनको पर्सनली जानता हूँ, बड़ा ही इन्होंने इन बच्चों के लिए आगे आकर, हमारी तो कंट्रीब्यूशन बड़ी थोड़ी सी है, मेजर कंट्रीब्यूशन तो इन्हीं की है, लेकिन इनके आशीर्वाद से और हमारे आपके सबके आशीर्वाद से बच्चे तरक्की करें और अपनी ਸੋ ਦੋਸਤੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਲੁਧਿਆਣਾ ਲਾਈਵ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਪ੍ਰੋਗਰਾਮ ਵਧੀਆ ਲੱਗੇ ਸੋ ਪਲੀਜ਼ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਮਨੋਜ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾਜ਼ਤ। ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ।